हाँ जी स्टूडेंट, साडा अज का टॉपिक है एग्रीगेट डिमांड कुल मंग। कुल मंग की हुंदी है। ठीक है, एक अर्थव्यवस्था वालों एक लेखा साल दे विच जिन्नियां भी वस्तुआं अते सेवावां दी डिमांड की जाती है उन्होंने बोलते आ कुल मंग। लेखा साल का मतलब 1 अप्रैल तो लैके 31 मार्च एक साल दे विच जिन्नियां भी वस्तुआं ते सेवावां की मंग की जाएगी, चाहे वह मंग किसी परिवार वालों होवे, फर्मां वालों होवे जां किसी भी उद्योगां वालों होवे। मतलब इकॉनमी दे विच जिन्ने भी रहिंदे आ लोग उन्हां सारियां दी एक साल दे विच कीती जाण वाली मंग नूं कुल मंग कहा जांदा है। इहनूं असीं दो तरीकिਆਂ ਨਾਲ समझ सकते हैं, दो दृष्टिकोण हुंदे इहदे। फस्ट है सधारण दृष्टिकोण। ਇਹਦੇ ਵਿੱਚ ਹੁੰਦਾ ਆ ਕਿ ਐਗਰੀਗੇਟ ਡਿਮਾਂਡ ਦਾ ਜੋ ਸੰਬੰਧ ਹੈ ਉਹ ਹੈ ਪ੍ਰਾਈਸ ਦੇ ਨਾਲ, ਕਿ ਜਿਵੇਂ ਜਿਵੇਂ ਪ੍ਰਾਈਸ ਵਧੇਗਾ ਡਿਮਾਂਡ ਘਟੇਗੀ। ਇਟ ਮੀਨਸ ਜੋ ਇਹਦੀ ਅਸੀਂ ਡਾਇਗਰਾਮ ਵੀ ਬਣਾਵਾਂਗੇ, ਉਹ ਐਕਸ ਦੇ ਉੱਪਰ ਡਿਮਾਂਡ, ਉਹ ਵਾਈ ਦੇ ਉੱਪਰ ਪ੍ਰਾਈਸ, ਜੋ ਅਸੀਂ ਪ੍ਰੀਵੀਅਸ ਕਲਾਸਿਸ ਦੇ ਵਿੱਚ ਕੀਤਾ ਹੋਇਆ ਉਹ ਡਾਊਨਵਰਡ ਹੋਏਗੀ ਕਿ ਜਿਵੇਂ ਜਿਵੇਂ ਪ੍ਰਾਈਸ ਵਧੇਗਾ ਡਿਮਾਂਡ ਇਹਦੀ ਘੱਟ ਹੋਏਗੀ। ਇੱਕ ਹੁੰਦਾ ਹੈ ਕੇਨਜ਼ੀਅਨ ਵਿਊ। ਕੇਨਜ਼ੀਅਨ ਵਿਊ ਦੇ ਵਿੱਚ ਕੀ ਹੁੰਦਾ ਹੈ, ਜੋ ਐਗਰੀਗੇਟ ਡਿਮਾਂਡ ਹੁੰਦੀ ਹੈ ਉਹ ਹਮੇਸ਼ਾ ਹੀ ਇਨਕਮ ਦੇ ਨਾਲ ਰਿਲੇਟਡ ਹੁੰਦੀ ਹੈ ਕਿ ਜਿਵੇਂ ਜਿਵੇਂ ਸਾਡੀ ਇਨਕਮ ਵਧੇਗੀ ਉਵੇਂ ਉਵੇਂ ਡਿਮਾਂਡ ਵੀ ਵਧੇਗੀ। ਸੋ ਇਹਦੇ ਵਿੱਚ ਸਾਡੀ ਡਾਇਗਰਾਮ ਵੀ ਕੀ ਬਣੇਗੀ, ਏ ਡੀ, ਇੱਧਰ ਹੈ ਇਨਕਮ, ਉਹ ਐਕਸ ਦੇ ਉੱਪਰ ਹੈ ਇਨਕਮ, ਉਹ ਵਾਈ ਦੇ ਉੱਪਰ ਹੈ ਏ ਡੀ। ਇਹਦੇ ਵਿੱਚ ਕੀ ਹੋਏਗਾ, ਜਿਵੇਂ ਜਿਵੇਂ ਇਨਕਮ ਵਧੇਗੀ ਅਤੇ ਸਾਡੀ ਡਿਮਾਂਡ ਵੀ ਵਧੇਗੀ। ਸੋ ਇਹਦੀ ਸਲੋਪ ਜਿਹੜੀ ਹੈ ਉਹ ਅਪਵਰਡ ਹੁੰਦੀ ਹੈ। ਨੈਕਸਟ ਅਸੀਂ ਕਰ ਸਕਦੇ ਹਾਂ ਮੇਜਰਮੈਂਟਸ, ਕਿ ਐਗਰੀਗੇਟ ਡਿਮਾਂਡ ਨੂੰ ਅਸੀਂ ਮਾਪ ਕਿੱਦਾਂ ਸਕਦੇ ਹਾਂ, ਕਿਵੇਂ ਪਤਾ ਲੱਗੇਗਾ। ਜੇਕਰ ਕਲੋਜ਼ਡ ਇਕੋਨਮੀ ਹੈ, ਬੰਦ ਅਰਥ ਵਿਵਸਥਾ, ਬੰਦ ਅਰਥ ਵਿਵਸਥਾ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਆਯਾਤ ਨਿਰਯਾਤ ਨਹੀਂ ਹੁੰਦਾ, ਤਾਂ ਉੱਥੇ ਵਿੱਚ ਸਿਰਫ ਕੀ ਹੈ, ਏ ਡੀ ਦੇ ਵਿੱਚ C+I ਦੋ ਵਸਤੂਆਂ ਦੁਆਰਾ ਕੀਤੇ ਜਾਣ ਵਾਲੇ ਖਰਚੇ ਨੂੰ ਹੀ ਲਿਆ ਜਾਏਗਾ, ਕੰਜ਼ਿਊਮਰ ਗੁਡਸ ਅਤੇ ਇਨਵੈਸਟਮੈਂਟ ਗੁਡਸ। ਅਗਰ ਓਪਨ ਇਕੋਨਮੀ ਹੈ, ਖੁੱਲ੍ਹੀ ਅਰਥ ਵਿਵਸਥਾ ਹੈ, ਕਿ ਆਯਾਤ ਨਿਰਯਾਤ ਅਸੀਂ ਬਾਕੀ ਦੇਸ਼ਾਂ ਦੇ ਨਾਲ ਕਰਦੇ ਹਾਂ, ਤਾਂ ਉਹਦੇ ਵਿੱਚ ਕੀ ਆਏਗਾ, C+I +G+X -M। C है कंजम्पशन एक्सपेंडिचर, उपभोग खर्च, I है इन्वेस्टमेंट एक्सपेंडिचर, निवेश खर्च, G है गवर्नमेंट एक्सपेंडिचर, सरकारी खर्च, X है एक्सपोर्ट्स निर्यात, M है इंपोर्ट्स निर्यात। ठीक है, ਜਦੋਂ ਅਸੀਂ ਆਯਾਤ ਨਿਰਯਾਤ ਨੂੰ ਇਨਕਲੂਡ ਕਰ ਲੈਂਦੇ ਹਾਂ ਤਾਂ ਉਹ ਓਪਨ ਇਕੋਨਮੀ ਬਣ ਜਾਵੇਗੀ। ਨੈਕਸਟ ਅਸੀਂ ਇਹਨੂੰ ਕਰਾਂਗੇ ਇੱਕ ਟੇਬਲ ਔਰ ਡਾਇਗਰਾਮ ਦੇ ਥਰੂ। ਨੈਕਸਟ ਕੁੱਲ ਮੰਗ ਸੂਚੀ ਆਮਦਨ ਦਿੱਤੀ ਹੋਈ ਹੈ 0 ਤੋਂ ਲੈ ਕੇ 60 ਤੱਕ, ਕੁੱਲ ਮੰਗ ਦਿੱਤੀ ਹੋਈ ਹੈ 20, 25, 30। ਠੀਕ ਹੈ, ਇਹਨੂੰ ਲਿਆ ਹੋਇਆ ਸੀ ਕਰੋੜ ਦੇ ਵਿੱਚ, ਕਿਉਂਕਿ ਪੂਰੀ ਅਰਥ ਵਿਵਸਥਾ ਦੀ ਜੋ ਡਿਮਾਂਡ ਹੈ ਉਹਨੂੰ ਕਰੋੜ ਦੇ ਵਿੱਚ ਹੀ ਮਾਪ ਸਕਦੇ ਹਾਂ। ਇੱਥੇ ਦੇਖੋ, ਜਦੋਂ ਸਾਡੀ ਆਮਦਨ 0 ਹੈ ਤਾਂ ਵੀ ਜੋ ਡਿਮਾਂਡ ਹੈ ਉਹ 20 ਕਰੋੜ ਦੀ ਹੈ। ਇਟ ਮੀਨਸ ਜਦੋਂ ਲੋਕ ਬੇਰੁਜ਼ਗਾਰ ਵੀ ਹਨ ਤਾਂ ਵੀ ਉਹ ਆਪਣੀਆਂ ਬੇਸਿਕ ਨੀਡਸ ਨੂੰ ਪੂਰਾ ਕਰਨ ਦੇ ਲਈ ਕੁਛ ਨਾ ਕੁਛ ਜੋ ਖਰਚਾ ਕਰਨਗੇ। ਸੋ ਇਹ ਖਰਚਾ ਉਹ ਕਿੱਥੋਂ ਕਰਨਗੇ, ਆਪਣੀਆਂ ਪ੍ਰੀਵੀਅਸ ਜੋ ਉਹਨਾਂ ਨੇ ਸੇਵਿੰਗ ਕੀਤੀ ਹੁੰਦੀ ਹੈ। ਜਿਵੇਂ ਜਿਵੇਂ ਸਾਡੀ ਆਮਦਨ ਵਧੇਗੀ ਉਵੇਂ ਉਵੇਂ ਡਿਮਾਂਡ ਵੀ ਵੱਧਦੀ ਜਾਏਗੀ।
ਇੱਕ ਲੈਵਲ ਅਜਿਹਾ ਆਉਂਦਾ ਹੈ ਕਿ ਸਾਡੀ ਆਮਦਨ ਔਰ ਡਿਮਾਂਡ ਆਪਸ ਦੇ ਵਿੱਚ ਬਰਾਬਰ ਹੋ ਜਾਂਦੇ ਆ, ਜਿਹਨੂੰ ਕਿ ਸੰਤੁਲਨ ਬਿੰਦੂ ਇਕੁਲਿਬਰੀਅਮ ਪੁਆਇੰਟ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਦੇਖੋ ਆਮਦਨ ਵੀ ਵੱਧ ਰਹੀ ਹੈ, ਕੁੱਲ ਮੰਗ ਵੀ ਵੱਧ ਰਹੀ ਹੈ, ਪਰ ਜੋ ਕੁੱਲ ਮੰਗ ਹੈ ਉਹ ਆਮਦਨ ਦੇ ਨਾਲੋਂ ਘੱਟ ਵਧੇਗੀ। ਨੈਕਸਟ ਅਸੀਂ ਇਹਨੂੰ ਐਕਸਪਲੇਨ ਕਰਾਂਗੇ ਡਾਇਗਰਾਮ ਦੇ ਥਰੂ। OX ਲਿਆ, OX ਦੇ ਉੱਪਰ ਇਨਕਮ ਲਈ ਹੋਈ ਹੈ, OY ਦੇ ਉੱਪਰ ਐਗਰੀਗੇਟ ਡਿਮਾਂਡ ਲਈ ਹੋਈ ਹੈ। OY ਲਾਈਨ ਜਿਹਨੂੰ ਅਸੀਂ ਇਨਕਮ ਲਾਈਨ ਵੀ ਕਹਿੰਦੇ ਹਾਂ, ਇਹ ਹਮੇਸ਼ਾ ਹੀ ਯਾਦ ਰੱਖਣਾ 45 ਡਿਗਰੀ ਐਂਗਲ ਤੋਂ ਸਟਾਰਟ ਹੁੰਦੀ ਹੈ। ਅਗਰ ਤੁਸੀਂ ਇਹ ਵਾਲੇ ਪੁਆਇੰਟਸ ਵੀ ਪਲਾਟ ਕਰੋਗੇ ਤਾਂ ਵੀ ਇਹੀ ਵਾਲੀ ਲਾਈਨ ਬਣੇਗੀ, ਜਿਹਦਾ ਕੀ ਮਤਲਬ ਹੈ ਕਿ ਪਹਿਲਾਂ ਸਾਡੀ ਇਨਕਮ 0 ਹੈ, ਹੌਲੀ ਹੌਲੀ ਸਾਡੀ ਇਨਕਮ ਵੱਧ ਰਹੀ ਹੈ। ਐਗਰੀਗੇਟ ਡਿਮਾਂਡ ਅਸੀਂ 20 ਤੋਂ ਸਟਾਰਟ ਕੀਤਾ ਹੈ, ਉਹ ਵੀ ਅਗਰ ਪੁਆਇੰਟਸ ਪਲਾਟ ਕਰਾਂਗੇ ਤਾਂ ਇਹ ਵਾਲਾ ਡਾਇਗਰਾਮ ਬਣੇਗਾ। 40 ਦੇ ਉੱਪਰ ਸਾਡੀ ਜੋ ਡਾਇਗਰਾਮ ਹੈ, ਇੱਕ ਵਾਰ ਤੁਹਾਨੂੰ ਡਾਇਗਰਾਮ ਖੁਦ ਵੀ ਬਣਾ ਕੇ ਦੱਸ ਦਿੰਦੇ ਹਾਂ। OX ਲਿਆ, ਉਹਦੇ ਉੱਪਰ ਇਨਕਮ ਲਈ ਹੈ, OY ਦੇ ਉੱਪਰ ਐਗਰੀਗੇਟ ਡਿਮਾਂਡ ਲਈ ਹੈ। ਠੀਕ ਹੈ, ਮੈਂ ਤੁਹਾਨੂੰ ਦੱਸਿਆ ਸੀ ਕਿ OY ਲਾਈਨ ਹਮੇਸ਼ਾ ਹੀ ਸੈਂਟਰ 'ਚ ਹੁੰਦੀ ਹੈ, ਮੀਨਸ 45 ਡਿਗਰੀ ਦੇ ਐਂਗਲ 'ਤੇ ਹੁੰਦੀ ਹੈ। ਇਹਨੂੰ Y ਲਾਈਨ ਜਾਂ ਇਨਕਮ ਲਾਈਨ ਕਿਹਾ ਜਾਂਦਾ ਹੈ। ਅਤੇ ਦੂਸਰੇ ਪਾਸੇ ਜੋ ਐਗਰੀਗੇਟ ਡਿਮਾਂਡ ਕਰਵ ਸੀ ਉਹ AD ਤੋਂ ਸਟਾਰਟ, ਇੱਧਰੋਂ ਕਰਾਂਗੇ OY ਤੋਂ ਸਟਾਰਟ। ਨੈਕਸਟ ਹੈ ਦੇਖੋ 40 ਦੇ ਉੱਪਰ ਜਾ ਕੇ ਜਿੱਥੇ 40 ਆਪਸ ਦੇ ਵਿੱਚ ਮਿਲਦਾ, ਉਸ ਪੁਆਇੰਟ 'ਤੇ ਅਸੀਂ ਇਹਨੂੰ ਇੰਟਰਸੈਕਟ ਕਰਾਂਗੇ, ਆਪਸ ਦੇ ਵਿੱਚ ਕੱਟ ਦੇਵਾਂਗੇ। ਇਹ ਬਣ ਗਈ ਸਾਡੀ AD ਲਾਈਨ। ਤੁਸੀਂ ਸਕੇਲ ਦੇ ਨਾਲ ਲਗਾਓਗੇ ਤਾਂ ਬਿਲਕੁਲ ਇਹ ਸਟ੍ਰੇਟ ਲਾਈਨਸ ਬਣ ਜਾਣਗੀਆਂ। ਹੁਣ ਦੇਖੋ ਇਹਦੇ ਵਿੱਚ ਤੁਸੀਂ ਐਕਸਪਲੇਨ ਕੀ ਕਰੋਗੇ। OX ਦੇ ਉੱਪਰ ਇਨਕਮ ਲਿਖਿਆ ਹੋਇਆ ਹੈ, OY ਦੇ ਉੱਪਰ AD ਐਗਰੀਗੇਟ ਡਿਮਾਂਡ ਨੂੰ ਦਰਸਾਇਆ ਗਿਆ ਹੈ। OY ਇਨਕਮ ਲਾਈਨ ਜੋ ਕਿ 45 ਡਿਗਰੀ ਤੋਂ ਸ਼ੁਰੂ ਹੁੰਦੀ ਹੈ, ਇਹ ਹਮੇਸ਼ਾ ਹੀ ਅਪਵਰਡ ਹੁੰਦੀ ਹੈ, ਕਿਉਂਕਿ ਜਿਵੇਂ ਜਿਵੇਂ ਇਨਕਮ ਵਧੇਗੀ ਉਵੇਂ ਉਵੇਂ ਐਗਰੀਗੇਟ ਡਿਮਾਂਡ ਵੀ ਵਧੇਗੀ। AD ਸਾਡੀ 20 ਤੋਂ ਸਟਾਰਟ ਹੁੰਦੀ ਹੈ, ਉਹ ਵੀ ਅਪਵਰਡ ਹੈ ਕਿ ਜਿਵੇਂ ਜਿਵੇਂ ਆਮਦਨ ਵੱਧਦੀ ਹੈ ਐਗਰੀਗੇਟ ਡਿਮਾਂਡ ਵੀ ਵੱਧਦੀ ਹੈ। ਇਹ ਲਾਈਨ 0 ਤੋਂ ਸ਼ੁਰੂ ਨਾ ਹੋ ਕੇ 20 ਤੋਂ ਸ਼ੁਰੂ ਹੁੰਦੀ ਹੈ, ਕਿਉਂਕਿ ਜਦੋਂ ਲੋਕ ਬੇਰੁਜ਼ਗਾਰ ਵੀ ਹਨ ਤਾਂ ਉਹ ਆਪਣੀ ਪ੍ਰੀਵੀਅਸ ਇਨਕਮ ਨੂੰ ਯੂਜ਼ ਕਰਨਗੇ। ਇਸ ਬਿੰਦੂ ਨੂੰ ਕਿਹਾ ਜਾਂਦਾ ਹੈ, ਜਾਂ ਇਸ ਗੈਪ ਨੂੰ ਕਿਹਾ ਜਾਂਦਾ ਹੈ ਨਿਊਨਤਮ ਪੱਧਰ। ਇੱਥੇ ਦੇਖੋ ਸਾਡੀ Y ਲਾਈਨ ਨੀਚੇ ਹੈ, ਮੀਨਸ ਸਾਡੀ ਇਨਕਮ ਘੱਟ ਵੱਧ ਰਹੀ ਹੈ, ਡਿਮਾਂਡ ਜ਼ਿਆਦਾ ਹੈ। ਇੱਕ ਲੈਵਲ 'ਤੇ ਆ ਕੇ ਦੋਨੇ ਚੀਜ਼ਾਂ ਆਪਸ ਦੇ ਵਿੱਚ ਬਰਾਬਰ ਹੋ ਜਾਂਦੀਆਂ ਹਨ। ਬਟ ਜਦੋਂ ਦੇਖੋ ਆਮਦਨ ਹੋਰ ਵੱਧਦੀ ਹੈ ਤਾਂ ਹੌਲੀ ਹੌਲੀ ਜਿਹੜੀ ਸਾਡੀ ਡਿਮਾਂਡ ਉਹ ਵੱਧ ਤਾਂ ਜਾਏਗੀ, ਪਰ ਇਨਕਮ ਦੇ ਨਾਲੋਂ ਘੱਟ ਵਧੇਗੀ। ਇਟ ਮੀਨਸ ਇੱਥੇ ਲੋਕਾਂ ਦੀਆਂ ਸੇਵਿੰਗਸ ਨਹੀਂ ਸੀ, ਸੋ ਸਾਡੀ ਕੀ ਹੈ ਇਨਕਮ ਘੱਟ ਹੈ ਤਾਂ ਡਿਮਾਂਡ ਜ਼ਿਆਦਾ ਹੈ। ਜਦੋਂ ਇਨਕਮ ਜ਼ਿਆਦਾ ਹੋ ਜਾਂਦੀ ਹੈ ਤਾਂ ਅਸੀਂ ਉਹਦੇ ਵਿੱਚੋਂ ਸੇਵਿੰਗ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਤਾਂ ਡਿਮਾਂਡ ਸਾਡੀ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਦੋਨੋਂ ਹੀ ਲਾਈਨਸ ਅਪਵਰਡ ਹੁੰਦੀਆਂ, ਪਰ ਕੀ ਹੈ ਇਨਕਮ ਕੀ ਹੈ ਪਹਿਲਾਂ ਵੱਧਦੀ ਹੈ ਪਰ ਡਿਮਾਂਡ ਦੇ ਨਾਲੋਂ ਘੱਟ ਵਧੇਗੀ। ਇੱਕ ਲੈਵਲ 'ਤੇ ਬਰਾਬਰ ਹੋ ਜਾਂਦੇ ਹਨ, ਉਸ ਤੋਂ ਬਾਅਦ ਦੋਨੋਂ ਹੀ ਵਧਣਗੀਆਂ, ਪਰ ਜੋ ਸਾਡੀ ਡਿਮਾਂਡ ਹੈ ਉਹ ਇਨਕਮ ਦੇ ਨਾਲੋਂ ਘੱਟ ਵਧੇਗੀ। ਨੈਕਸਟ ਅਸੀਂ ਇਹਦੇ ਵਿੱਚ ਕਰਾਂਗੇ ਕੁੱਲ ਮੰਗ ਦੇ ਘਟਕ ਜਾਂ ਤੱਤ, ਜੋ ਅਸੀਂ ਪਹਿਲਾਂ ਕੀਤਾ ਸੀ ਮਾਪ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਇਨਕਲੂਡ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਜਿੱਦਾਂ ਅਸੀਂ ਕੀਤਾ ਹੀ ਸੀ C + G + I + X - M। ਸਰਕਾਰੀ ਉਪਭੋਗ ਖਰਚ ਸੀ। ਉਪਭੋਗ ਖਰਚ ਕੇ ਉਪਭੋਗ ਘਰੇਲੂ ਖੇਤਰ ਦੇ ਵਿੱਚ ਜਿੰਨੇ ਵੀ ਲੋਕ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਖਰਚਾ ਕਰਦੇ ਹਨ ਉਹਨੂੰ ਉਪਭੋਗ ਖਰਚ ਲਿਆ ਜਾਂਦਾ ਹੈ। ਇਹ ਹਮੇਸ਼ਾ ਹੀ ਸਾਡੀ ਆਮਦਨ ਦੇ ਉੱਪਰ ਡਿਪੈਂਡ ਹੁੰਦਾ ਹੈ ਕਿ ਜਿਵੇਂ ਜਿਵੇਂ ਆਮਦਨ ਵਧੇਗੀ ਘਰੇਲੂ ਖਰਚ ਵੀ ਵੱਧ ਹੋਵੇਗਾ। ਦੂਸਰਾ ਹੈ ਸਰਕਾਰੀ ਖਰਚ। ਸਰਕਾਰੀ ਖਰਚ ਵਿੱਚ ਕੀ ਹੁੰਦਾ ਹੈ ਕਿ ਗੌਰਮੈਂਟ ਖਰਚਾ ਕਿਉਂ ਕਰਦੀ ਹੈ, ਨਵੇਂ ਨਵੇਂ ਸਕੂਲ ਬਣਾਉਣ ਦੇ ਲਈ, ਰੋਡਸ ਬਣਾਉਣ ਦੇ ਲਈ, ਨਵੀਆਂ ਪੋਲਿਸੀਜ਼ ਦੇ ਲਈ, ਕੋਈ ਹੌਸਪੀਟਲਸ ਬਣਾਉਣੇ ਆ, ਜਾਂ ਹੋਰ ਵੀ ਕਿਸੇ ਸੁਰੱਖਿਆ ਦੇ ਉੱਪਰ ਖਰਚਾ, ਪੈਨਸ਼ਨਸ ਦੇ ਉੱਪਰ ਖਰਚਾ। ਇਹ ਸਾਰਾ ਖਰਚਾ ਵੀ ਕੀ ਹੈ ਸਰਕਾਰੀ ਖਰਚ ਦੇ ਵਿੱਚ ਇਨਕਲੂਡ ਕੀਤਾ ਜਾਂਦਾ ਹੈ, ਜੋ ਕਿ ਕੁੱਲ ਮੰਗ ਦਾ ਇੱਕ ਤੱਤ ਹੈ ਕਿ ਸਰਕਾਰ ਨੂੰ ਪੈਸੇ ਜਾਂ ਪੈਸੇ ਦੀ ਜਿਹੜੀ ਡਿਮਾਂਡ ਹੈ ਕਿਉਂ ਕਰਨੀ ਪੈਂਦੀ ਹੈ। ਇਨਵੈਸਟਮੈਂਟ ਖਰਚ। ਇਨਵੈਸਟਮੈਂਟ ਸਾਨੂੰ ਪਤਾ ਹੈ ਕਿ ਜਿੰਨਾ ਵੀ ਪੂੰਜੀਗਤ ਵਸਤੂਆਂ ਵਿੱਚ ਹੋਣ ਵਾਲਾ ਵਾਧਾ ਹੁੰਦਾ ਹੈ, ਪੂੰਜੀਗਤ ਵਸਤੂਆਂ ਕੋਈ ਬਿਲਡਿੰਗਸ ਹੋ ਗਏ, ਮਸ਼ੀਨਰੀ, ਕਾਰਖਾਨੇ, ਉਹਨਾਂ ਦੇ ਵਿੱਚ ਜਿਹੜਾ ਪੈਸਾ ਲਗਾਇਆ ਜਾਂਦਾ ਹੈ ਉਹ ਵੀ ਕੀ ਆ ਕੁੱਲ ਮੰਗ ਦੇ ਅੰਡਰ ਆਉਂਦਾ ਹੈ। ਨੈਕਸਟ ਹੈ ਸ਼ੁੱਧ ਨਿਰਯਾਤ। ਸ਼ੁੱਧ ਨਿਰਯਾਤ ਦਾ ਮਤਲਬ ਜਦੋਂ ਅਸੀਂ ਨਿਰਯਾਤਾਂ ਦੇ ਵਿੱਚੋਂ ਆਯਾਤ ਨੂੰ ਮਾਈਨਸ ਕਰ ਦਿੰਦੇ ਹਾਂ ਤਾਂ ਉਹ ਸਾਡੇ ਕੋਲ ਬਚਦੇ ਨੇ ਸ਼ੁੱਧ ਨਿਰਯਾਤ। ਜੇਕਰ ਇਹਦੀ ਵੈਲਿਊ ਪਲੱਸ ਵਿੱਚ ਆਉਂਦੀ ਹੈ ਤਾਂ ਇਹਦਾ ਮਤਲਬ ਸਾਡੇ ਨਿਰਯਾਤ ਵੱਧ ਹਨ, ਜੋ ਕਿ ਦੇਸ਼ ਦੇ ਵਿਕਾਸ ਦੇ ਲਈ ਵਧੀਆ ਸਾਬਿਤ ਹੁੰਦੇ ਹਨ। ਦੂਸਰੇ ਪਾਸੇ ਜੇਕਰ
ਇਹਨਾਂ ਨੂੰ ਮਾਈਨਸ ਕਰਕੇ ਵੈਲਿਊ ਨੈਗੇਟਿਵ ਆਏਗੀ ਤਾਂ ਇਟ ਮੀਨ ਸਾਡੇ ਆਯਾਤ ਵੱਧ ਹਨ ਕਿ ਜੋ ਸਾਡੇ ਦੇਸ਼ ਦੀ ਨਿਰਭਰਤਾ ਦੂਜੇ ਦੇਸ਼ਾਂ ਦੇ ਉੱਪਰ ਵੱਧ ਹੈ ਤਾਂ ਉਹ ਕੀ ਹੈ, ਇੱਕ ਵੀਕ ਪੁਆਇੰਟ ਜਾਂ ਘਾਟੇ ਦਾ ਪੁਆਇੰਟ ਹੁੰਦਾ। ਇਸ ਕਰਕੇ ਇਹਨਾਂ ਦੋਨਾਂ ਦਾ ਡਿਫਰੈਂਸ ਲਿਆ ਜਾਂਦਾ ਹੈ ਜਿਹਦੇ ਲਈ ਕੀ ਆ ਕੁੱਲ ਮੰਗ ਅਸੀਂ ਦੇਖਦੇ ਹਾਂ।